ਭੈਣੋ ਤੇ ਭਰਾਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਗੁੱਡ ਮਾਰਨਿੰਗ ਆਦਾਬ ਅਰਜ਼ ਹੈ। ਮੈਂ ਸੰਧਿਆ ਜਿੰਦਲ ਗਿੱਦੜਬਾਹਾ ਤੋਂ ਅੱਜ ਆਪ ਜੀ ਦੇ ਸਾਹਮਣੇ ਕੁਝ ਗੱਲਾਂ ਲੈ ਕੇ ਫਿਰ ਇੱਕ ਵਾਰ ਰੂਬਰੂ ਹੋ ਰਹੀ ਹਾਂ। ਫਰੀਦਕੋਟ ਦੇ ਅੰਦਰ ਭੈਣੋ ਤੇ ਭਰਾਓ ਇੱਕ ਮੰਦਭਾਗੀ ਘਟਨਾ ਵਾਪਰੀ। ਗਿੱਦੜਬਾਹਾ ਦੇ ਬਿਜਲੀ ਬੋਰਡ ਦੇ ਠੇਕੇਦਾਰ ਆਸ਼ੂ ਕਟਾਰੀਆ ਨੇ ਕਿੰਨਾ ਹਾਲਾਤਾਂ ਦੇ ਵਿੱਚ ਕਿੰਨਾ ਲੋਕਾਂ ਤੋਂ ਤੰਗ ਆ ਕੇ ਆਪਣੇ ਮਾਸੂਮ ਜਿਹੇ ਬੱਚਿਆਂ ਤੇ ਗੋਲੀ ਚਲਾ ਕੇ ਪਹਿਲਾਂ ਉਹਨਾਂ ਨੂੰ ਮਾਰਿਆ, ਫਿਰ ਆਪਣੀ ਪਤਨੀ ਤੇ ਗੋਲੀ ਚਲਾਈ ਅਤੇ ਉਸ ਤੋਂ ਬਾਅਦ ਆਸ਼ੂ ਕਟਾਰੀਆ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਆਸ਼ੂ ਕਟਾਰੀਆ ਨੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ, ਉਹ ਰਾਤ ਕਿੰਨੀ ਦਰਦਨਾਕ ਹੋਏਗੀ ਆਸ਼ੂ ਕਟਾਰੀਆ ਦੇ ਲਈ, ਇਹ ਮੈਂ ਮਹਿਸੂਸ ਕਰ ਸਕਦੀ ਹਾਂ। ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਕੁਝ ਐਸੀਆਂ ਘਟਨਾਵਾਂ ਵਾਪਰੀਆਂ, ਕੁਝ ਇਹੋ ਜਿਹੇ ਸ਼ਰਾਰਤੀ ਲੋਕਾਂ ਨੇ, ਕੁਝ ਚੰਦ ਗਿੱਦੜਬਾਹਾ ਦੇ ਬਲੈਕਮੇਲਰ ਪੱਤਰਕਾਰਾਂ ਨੇ ਮੇਰੀ ਜ਼ਿੰਦਗੀ ਨੂੰ ਤਬਾਹ ਕਰਨ ਦੇ ਲਈ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ। ਪਰ ਮੈਂ ਆਤਮ ਹੱਤਿਆ ਨਹੀਂ ਕੀਤੀ, ਮੈਂ ਸਟਰਗਲ ਕੀਤਾ, ਮੈਂ ਆਪਣੀ ਸੱਚਾਈ ਦੇ ਲਈ ਲੜੀ। ਮੈਂ ਕਿਸ ਤਰ੍ਹਾਂ ਸਰਵਾਈਵ ਕੀਤਾ ਉਹ ਮੈਂ ਅੱਜ ਆਪ ਜੀ ਦੇ ਸਾਹਮਣੇ ਵਰਣਨ ਕਰਨ ਜਾ ਰਹੀ ਹਾਂ। ਕਿਉਂਕਿ ਆਸ਼ੂ ਕਟਾਰੀਆ ਨੇ ਮੈਨੂੰ ਬਲ ਦਿੱਤਾ ਕਿ ਜੇਕਰ ਆਸ਼ੂ ਕਟਾਰੀਆ ਤੇ ਜ਼ੁਲਮ ਹੋਏ, ਜੇਕਰ ਆਸ਼ੂ ਕਟਾਰੀਆ ਨਾਲ ਕਿਸੇ ਨੇ ਧੱਕੇਸ਼ਾਹੀਆਂ ਕੀਤੀਆਂ, ਤਾਂ ਆਸ਼ੂ ਕਟਾਰੀਆ ਕਿੰਨਾ ਮਜਬੂਰ ਹੋਇਆ ਹੋਏਗਾ, ਕਿੰਨਾ ਬੇਬਸ ਹੋਇਆ ਹੋਏਗਾ ਆਤਮ ਹੱਤਿਆ ਕਰਨ ਦੇ ਲਈ। ਪੰਜਾਬ ਦੇ ਮੇਰੇ ਹੋਰ ਵੀ ਭੈਣ ਭਰਾ ਇਹੋ ਜਿਹਾ ਕਦਮ ਨਾ ਚੱਕਣ, ਇਸ ਦੇ ਲਈ ਮੈਂ ਅਪੀਲ ਕਰਦੀ ਹਾਂ ਕਿ ਜ਼ਿੰਦਗੀ ਨੂੰ ਸਟਰਗਲ ਕਰੋ, ਆਤਮ ਹੱਤਿਆ ਨਾ ਕਰਿਆ ਕਰੋ। ਮੈਂ ਸੰਧਿਆ ਜਿੰਦਲ ਗਿੱਦੜਬਾਹਾ ਤੋਂ 92 ਤੋਂ ਮੈਂ ਇੱਕ ਅਧਿਆਪਿਕਾ ਦੇ ਰੂਪ ਦੇ ਵਿੱਚ, ਇੰਗਲਿਸ਼ ਟੀਚਰ ਦੇ ਰੂਪ ਦੇ ਵਿੱਚ ਸੇਵਾ ਕੀਤੀ। ਪ੍ਰਿੰਸੀਪਲ ਦੀ ਪੋਸਟ ਤੋਂ ਮੈਂ ਆਪਣੇ ਆਪ ਨੂੰ ਰਿਟਾਇਰ ਕਰਕੇ ਪੱਤਰਕਾਰੀ ਦਾ ਪੇਸ਼ਾ ਅਪਣਾਇਆ। ਕਿਉਂਕਿ ਸਮਾਜ ਦੇ ਅੰਦਰ ਅਜਿਹੀਆਂ ਕੁਰੀਤੀਆਂ ਫੈਲੀਆਂ ਹੋਈਆਂ ਸਨ ਕਿ ਮੈਨੂੰ ਮਹਿਸੂਸ ਹੋਇਆ ਕਿ ਮੈਂ ਆਪਣੀ ਕਲਮ ਦੀ ਤਾਕਤ ਦੇ ਨਾਲ ਇਸ ਸਮਾਜ ਦੇ ਅੰਦਰ ਫੈਲੀਆਂ ਹੋਈਆਂ ਕੁਰੀਤੀਆਂ ਨੂੰ ਦੂਰ ਕਰ ਸਕਦੀ ਹਾਂ। ਮੈਂ ਉਹੀ ਕੀਤਾ। ਆਪਣੀ ਲਗਨ, ਆਪਣੀ ਮਿਹਨਤ, ਆਪਣੀ ਇਮਾਨਦਾਰੀ ਦੇ ਨਾਲ ਮੈਂ ਪੱਤਰਕਾਰੀ ਦੇ ਪੇਸ਼ੇ ਨੂੰ ਅਪਣਾਇਆ। ਆਪਣੀ ਕਲਮ ਨੂੰ ਕਦੇ ਵਿਕਣ ਨਹੀਂ ਦਿੱਤੀ। ਮੈਂ ਆਪਣੀ ਕਲਮ ਨਾਲ ਉਹੀ ਕੁਝ ਲਿਖਿਆ ਜੋ ਸੱਚ ਸੀ। ਮੇਰੀ ਕਲਮ ਦੇ ਦੁਆਰਾ ਲਿਖੀ ਜਾਣ ਵਾਲੀ ਖਬਰ ਨਾਲ ਕਦੇ ਵੀ ਕਿਸੇ ਦਾ ਨੁਕਸਾਨ ਅੱਜ ਤੱਕ ਨਹੀਂ ਹੋਇਆ। ਉਹਨਾਂ ਗਰੀਬਾਂ ਦੀ ਆਵਾਜ਼ ਮੈਂ ਸਰਕਾਰਾਂ ਤੱਕ ਪਹੁੰਚਾਈ, ਉਹਨਾਂ ਮਜਬੂਰ ਬੇਬਸ ਔਰਤਾਂ ਦੀ ਆਵਾਜ਼ ਨੂੰ ਮੈਂ ਬੁਲੰਦ ਕੀਤਾ, ਜਿਨ੍ਹਾਂ ਦੀਆਂ ਆਵਾਜ਼ਾਂ ਨੂੰ ਸਾਡਾ ਸਮਾਜ ਦਬਾ ਕੇ ਰੱਖ ਦਿੰਦਾ ਹੈ। ਮੇਰੇ ਉੱਤੇ ਜ਼ੁਲਮ ਕਰਨ ਵਾਲਿਆਂ ਦੀ ਬਹੁਤ ਵੱਡੀ ਲਾਈਨ ਹੈ। ਰਾਜਨੇਤਾ ਤੋਂ ਲੈ ਕੇ ਧਾਰਮਿਕ ਠੇਕੇਦਾਰ, ਧਰਮ ਦੇ ਠੇਕੇਦਾਰ ਤੱਕ ਮੌਜੂਦ ਨੇ। ਮੈਂ ਸਭ ਦਾ ਵੇਰਵਾ ਕਰਾਂਗੀ। ਹੁਣ ਮੈਂ ਕਹਾਣੀ ਸ਼ੁਰੂ ਕਰਨ ਜਾ ਰਹੀ ਹਾਂ ਸਾਲ 2012 ਤੋਂ। 16 ਦਸੰਬਰ 2012 ਨੂੰ ਗਿੱਦੜਬਾਹਾ ਦੇ ਰਹਿਣ ਵਾਲੇ ਸ਼ਕਤੀ ਜਿੰਦਲ ਨੇ पंजाब उदय अखबार ਦੇ ਵਿੱਚ एक खबर लगाई। गिद्दड़बाहा की एक समाज सेविका की खास स्पेशलिटी, छोटी बच्चियों की मानसिकता बदलकर अमीर जादों के सामने पेश करने के आरोप। जिस तरह के हेडलाइन ही तो ही ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਸ਼ਕਤੀ ਜਿੰਦਲ ਨੇ ਕਿੰਨੀ ਗੰਦਗੀ ਇਸ ਅਖਬਾਰ ਦੇ ਵਿੱਚ ਲਿਖੀ ਹੋਏਗੀ, ਕਿੰਨੀ ਬਕਵਾਸ ਉਸਨੇ ਲਿਖੀ ਹੋਏਗੀ, ਕਿੰਨੀਆਂ ਝੂਠੀਆਂ ਕਹਾਣੀਆਂ ਬਣਾਈਆਂ ਹੋਣਗੀਆਂ ਉਸਨੇ। ਔਰ ਇਹ ਸਿਰਫ ਸ਼ਕਤੀ ਜਿੰਦਲ ਦੀ ਅਕੇਲੇ ਦਾ ਦਿਮਾਗ ਨਹੀਂ ਸੀ, ਉਸਦੇ ਨਾਲ ਚੰਦ ਪਰ ਮੁੱਠੀ ਪਰ ਸ਼ਰਾਰਤੀ ਲੋਕ ਵੀ ਉਸਦੇ ਨਾਲ ਉਸ ਦਿਨ ਮੌਜੂਦ ਸਨ, ਜਿਸ ਦਿਨ ਸ਼ਕਤੀ ਜਿੰਦਲ ਨੇ ਇਹ ਕਹਾਣੀ ਆਪਣੇ ਘਰ ਦੇ ਵਿੱਚ ਬੈਠ ਕੇ ਲਿਖੀ ਸੀ। ਮੈਂ ਹੈਰਾਨ ਹਾਂ ਕਿ ਉਸ ਵਕਤ ਸ਼ਕਤੀ ਜਿੰਦਲ ਦੀ ਪਤਨੀ ਕਿੱਥੇ ਸੀ। ਕਿ ਉਸ ਨੂੰ ਨਹੀਂ ਸੀ ਪਤਾ ਕਿ ਸ਼ਕਤੀ ਜਿੰਦਲ ਇੱਕ ਔਰਤ ਦੀ ਜ਼ਿੰਦਗੀ ਨੂੰ ਤਬਾਹ ਕਰਨ ਜਾ ਰਿਹਾ ਹੈ। ਕਿ ਉਸ ਦੀ ਪਤਨੀ ਨੂੰ ਨਹੀਂ ਸੀ ਪਤਾ ਕਿ ਸ਼ਕਤੀ ਜਿੰਦਲ ਉਸ ਔਰਤ ਦਾ ਇੱਕ ਸਟੂਡੈਂਟ ਹੈ। ਸੰਧਿਆ ਜਿੰਦਲ ਸ਼ਕਤੀ ਜਿੰਦਲ ਦੀ ਇੱਕ ਟੀਚਰ ਹੈ। ਇੱਕ ਟੀਚਰ ਆਪਣੇ ਸਟੂਡੈਂਟ ਦਾ ਕਦੇ ਨੁਕਸਾਨ ਨਹੀਂ ਕਰਦਾ। ਇੱਕ ਟੀਚਰ ਆਪਣੇ ਸਟੂਡੈਂਟ ਦਾ ਕਦੇ ਬੁਰਾ ਨਹੀਂ ਚਾਹੁੰਦਾ। ਸ਼ਾਇਦ 2021 ਤੱਕ ਮੈਂ ਇੱਕ ਗੁਰੂ ਹੋਣ ਦਾ ਫਰਜ਼ ਨਿਭਾਇਆ ਅਤੇ ਸ਼ਕਤੀ ਜਿੰਦਲ ਦੀ ਇੱਜ਼ਤ ਨੂੰ ਢੱਕ ਕੇ ਰੱਖਿਆ।
ਪਰ ਸ਼ਾਇਦ ਜੇਕਰ ਮੈਂ ਇਸੇ ਤਰ੍ਹਾਂ ਚੁੱਪ ਰਹੀ ਤਾਂ ਸ਼ਕਤੀ ਜਿੰਦਲ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨਹੀਂ ਕਿੰਨੀਆਂ ਬੇਬਸ ਔਰਤਾਂ ਦੀਆਂ ਕਹਾਣੀਆਂ ਨੂੰ ਝੂਠੀਆਂ ਬਣਾ ਕੇ ਆਪਣੀ ਅਖਬਾਰ ਵਿੱਚ ਪੇਸ਼ ਕਰੇਗਾ। ਸ਼ਕਤੀ ਜਿੰਦਲ ਦੇ ਦੁਆਰਾ ਲਿਖੀ ਗਈ ਇਸ ਖਬਰ ਨੇ ਮੇਰੀ ਜ਼ਿੰਦਗੀ ਪਲਟ ਦਿੱਤੀ, ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ, ਮੇਰੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ, ਮੇਰਾ ਕਰੀਅਰ ਚੌਪਟ ਕਰਕੇ ਰੱਖ ਦਿੱਤਾ। ਸ਼ਕਤੀ ਜਿੰਦਲ ਦੇ ਦੁਆਰਾ ਲਿਖੀ ਗਈ ਇਸ ਖਬਰ ਦੇ ਵਿੱਚੋਂ ਭੈਣੋ ਤੇ ਭਰਾਓ ਮੈਂ 16 ਸਵਾਲ ਕੱਢੇ। ਇਸ ਖਬਰ ਨੂੰ ਮੈਂ ਪੜ੍ਹ ਕੇ ਨਹੀਂ ਆਪ ਜੀ ਨੂੰ ਸੁਣਾ ਸਕਦੀ ਕਿਉਂਕਿ ਇੰਨੀ ਗੰਦਗੀ ਲਿਖੀ ਹੈ ਇਸ ਖਬਰ ਦੇ ਅੰਦਰ। ਪਰ ਸ਼ਕਤੀ ਜਿੰਦਲ ਤੁਹਾਡੇ ਹੱਥ ਨਹੀਂ ਕੰਬੇ ਇੰਨੀ ਗੰਦਗੀ ਲਿਖਣ ਲੱਗਿਆ? ਕਿਸ ਔਰਤ ਦੇ ਲਈ ਤੁਸੀਂ ਲਿਖ ਰਹੇ ਹੋ? ਜਿਸ ਔਰਤ ਨੇ ਸ਼ਕਤੀ ਜਿੰਦਲ ਤੁਹਾਡੀ ਮਦਰ ਦੀ ਜਦੋਂ ਡੈਥ ਹੋਈ ਸੀ, ਤੁਹਾਡੀ ਮਾਤਾ ਜੀ ਦੀ ਲਾਸ਼ ਤੁਹਾਡੇ ਘਰ ਦੇ ਵਿਹੜੇ ਵਿੱਚ ਪਈ ਸੀ ਤਾਂ ਉਹਨਾਂ ਦੀ ਲਾਸ਼ ਦੇ ਸਾਹਮਣੇ ਮੈਂ ਸ਼ਕਤੀ ਜਿੰਦਲ ਤੁਹਾਡੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ, ਬੇਟਾ ਅੱਜ ਤੋਂ ਬਾਅਦ ਤੁਹਾਨੂੰ ਮਾਂ ਦੀ ਕਮੀ ਮਹਿਸੂਸ ਨਹੀਂ ਹੋਏਗੀ। ਸ਼ਕਤੀ ਜਿੰਦਲ ਨਾ ਤੁਸੀਂ ਇੱਕ ਬੇਟੇ ਦਾ ਫਰਜ਼ ਨਿਭਾ ਪਾਏ, ਨਾ ਇੱਕ ਅੱਛੇ ਸਟੂਡੈਂਟ ਦਾ ਫਰਜ਼ ਨਿਭਾਇਆ, ਇੱਕ ਚੰਗੇ ਪੱਤਰਕਾਰ ਵੀ ਨਹੀਂ ਬਣੇ ਤੁਸੀਂ। ਚੰਦ ਰੁਪਈਆਂ ਦੀ ਖਾਤਰ ਕੁਛ ਮੁੱਠੀ ਪਰ ਪੈਸੇ ਲੈ ਕੇ ਤੁਸੀਂ ਮੇਰੇ ਵਿਰੁੱਧ ਖਬਰ ਲਿਖੀ, ਪੋਸਟਰ ਵੰਡੇ, ਜਿਸ ਦੀ ਮਾਫੀ ਨਹੀਂ ਹੈ ਮੇਰੇ ਕੋਲ ਤਾਂ ਨਹੀਂ ਹੈ। ਉਹ ਪਰਮਾਤਮਾ ਮੇਰਾ ਤੁਹਾਨੂੰ ਮਾਫ ਕਰੇ, ਉਹ ਪਰਮਾਤਮਾ ਜਿਹੜਾ ਦੇਖ ਰਿਹਾ ਹੈ ਉਸ ਦੀ ਅਦਾਲਤ ਵਿੱਚ ਤੁਹਾਨੂੰ ਸਜ਼ਾ ਮਿਲੇਗੀ ਔਰ ਸ਼ਾਇਦ ਮਿਲ ਵੀ ਰਹੀ ਹੈ। ਮੈਨੂੰ ਤਾਂ ਦਿਸਦਾ ਹੈ ਕਿ ਤੁਹਾਨੂੰ ਕੀ ਸਜ਼ਾ ਮਿਲ ਰਹੀ ਹੈ। ਸ਼ਕਤੀ ਜਿੰਦਲ ਸ਼ਾਇਦ ਤੁਸੀਂ ਆਪਣੀਆਂ ਅੱਖਾਂ ਨਹੀਂ ਖੋਲ ਰੱਖੀਆਂ। ਕਦੇ ਝਾਕੋ ਆਪਣੇ ਅੰਦਰ ਤੇ ਦੇਖੋ ਆਪਣੇ ਘਰ ਦੇ ਅੰਦਰ ਕਿ ਰੱਬ ਨੇ ਤੁਹਾਨੂੰ ਕੀ ਸਜ਼ਾ ਦੇ ਰੱਖੀ ਹੈ। ਭੈਣੋ ਤੇ ਭਰਾਓ ਮੈਂ ਸ਼ਕਤੀ ਜਿੰਦਲ ਦੇ ਦੁਆਰਾ ਲਿਖੀ ਗਈ ਇਸ ਖਬਰ ਦੇ ਵਿੱਚੋਂ 16 ਸਵਾਲ ਕੱਢੇ। ਜਦੋਂ ਮੈਂ ਖਬਰ ਨੂੰ ਅਖਬਾਰ ਦੀ ਖਬਰ ਨੂੰ ਇਸ ਤਰ੍ਹਾਂ ਕਰਕੇ ਪੜ੍ਹਦੀ ਸੀ ਤਾਂ ਮੈਨੂੰ ਲੱਗਦਾ ਸੀ ਕਿ ਸ਼ਕਤੀ ਜਿੰਦਲ ਨੇ ਖਬਰ ਮੇਰੇ ਲਈ ਲਿਖੀ ਹੈ ਔਰ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਮੈਂ ਆਤਮ ਹੱਤਿਆ ਕਰ ਜਾਂਦੀ। ਪਰ ਮੇਰੇ ਮਾਸੂਮ ਜਿਹੇ 2 ਬੱਚੇ, ਮੈਂ ਉਹਨਾਂ ਨੂੰ ਪੜ੍ਹਾ ਲਿਖਾ ਕੇ ਇੱਕ ਅੱਛਾ ਇਨਸਾਨ ਬਣਾਉਣਾ ਸੀ। ਮੇਰਾ ਪਤੀ ਦਾ ਨੁਕਸਾਨ ਹੋ ਜਾਣਾ ਸੀ। ਮੈਂ ਆਤਮ ਹੱਤਿਆ ਨਹੀਂ ਕੀਤੀ। ਸ਼ਾਇਦ ਮੇਰੇ ਮਾਤਾ ਪਿਤਾ ਦੇ ਦਿੱਤੇ ਹੋਏ ਸੰਸਕਾਰਾਂ ਨੇ ਮੇਰੇ ਪੈਰ ਬੰਨ ਰੱਖੇ ਸੀ। ਮੇਰੇ ਪੈਰਾਂ ਦੇ ਵਿੱਚ ਮੇਰੇ ਮਾਤਾ ਪਿਤਾ ਦੇ ਦਿੱਤੇ ਹੋਏ ਸੰਸਕਾਰਾਂ ਦੀ ਬੇੜੀਆਂ ਕਸੀਆਂ ਹੋਈਆਂ ਸੀ ਔਰ ਮੈਂ ਜ਼ਿੰਦਗੀ ਦੇ ਨਾਲ ਸਟਰਗਲ ਕਰਨਾ ਚਾਹੁੰਦੀ ਸੀ। ਮੈਂ ਆਪਣੀ ਸੱਚਾਈ ਤੇ ਖੜੀ ਸੀ। ਸ਼ਕਤੀ ਜਿੰਦਲ ਮਾਨਯੋਗ ਵੂਮਨ ਕਮਿਸ਼ਨ ਦੇ ਵਿੱਚ ਜਦੋਂ ਮੈਂ 16 ਸਵਾਲਾਂ ਦੇ ਜਵਾਬ ਮੰਗੇ ਕਿ ਸ਼ਕਤੀ ਜਿੰਦਲ ਪੱਤਰਕਾਰ ਜਿਸ ਨੇ ਕਿ ਇੰਨਾ ਵੱਡਾ ਸਕੈਂਡਲ ਕੱਢਿਆ ਹੈ ਉਸ ਨੂੰ 26 ਜਨਵਰੀ ਤੇ ਸਨਮਾਨਿਤ ਕੀਤਾ ਜਾਵੇ। ਸ਼ਕਤੀ ਜਿੰਦਲ ਤੋਂ ਲਿਖੀ ਹੋਈ ਖਬਰ ਦੇ ਵਿੱਚ ਪੇਸ਼ ਇੱਕ ਲਾਈਨ ਦਾ ਸਬੂਤ ਮੰਗਿਆ ਜਾਵੇ। ਗਿੱਦੜਬਾਹਾ ਦੇ ਪੁਲਿਸ ਸਟੇਸ਼ਨ ਦੇ SHO ਸਾਹਿਬ ਨੇ ਸ਼ਕਤੀ ਜਿੰਦਲ ਨੂੰ ਪਰਵਾਨੇ ਭੇਜੇ। ਸ਼ਕਤੀ ਜਿੰਦਲ ਨੇ ਪਰਵਾਨੇ ਲੈਣ ਤੋਂ ਇਨਕਾਰ ਕੀਤਾ ਅਤੇ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ। ਸ਼ਕਤੀ ਜਿੰਦਲ ਤੁਹਾਡੀ ਲਿਖੀ ਹੋਈ ਖਬਰ ਦਾ ਸਬੂਤ ਤਾਂ ਮੈਂ ਹੀ ਮੰਗ ਰਹੀ ਸੀ। ਤੁਹਾਡੇ 'ਚ ਦਮ ਸੀ ਇਹ ਖਬਰ ਲਿਖਣ ਦਾ ਤਾਂ ਤੁਸੀਂ ਸਬੂਤ ਵੀ ਦਿੰਦੇ ਨਾ ਪੁਲਿਸ ਸਟੇਸ਼ਨ ਦੇ ਅੰਦਰ। ਹੁਣ ਭੈਣੋ ਅਤੇ ਭਰਾਓ ਤੁਹਾਨੂੰ ਨਹੀਂ ਪਤਾ ਕਿ ਸ਼ਕਤੀ ਜਿੰਦਲ ਨੇ ਉਸ ਤੋਂ ਬਾਅਦ ਕੀ ਕੀਤਾ। ਅੱਜ ਦੱਸਦੀ ਹਾਂ ਮੈਂ 2021 ਸਾਲ 'ਚ ਜਾ ਕੇ। ਉਸ ਤੋਂ ਬਾਅਦ ਜਦੋਂ ਸ਼ਕਤੀ ਜਿੰਦਲ ਨੂੰ SHO ਸਾਹਿਬ ਨੇ ਪਰਵਾਨੇ ਭੇਜ ਕੇ ਸਬੂਤ ਮੰਗੇ ਤਾਂ ਸ਼ਕਤੀ ਜਿੰਦਲ ਨੇ ਡੱਬਵਾਲੀ ਦੇ ਇੱਕ ਧਰਮਸ਼ਾਲਾ 'ਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਭੈਣੋ ਤੇ ਭਰਾਓ ਉਸ ਦਿਨ ਮੈਂ ਗਿੱਦੜਬਾਹਾ ਤੋਂ ਟ੍ਰੇਨ ਦੁਆਰਾ ਰੇਲ ਗੱਡੀ ਦੁਆਰਾ ਦਿੱਲੀ ਜਾ ਰਹੀ ਸੀ ਅਤੇ ਮੈਂ ਉਹਨਾਂ ਨੂੰ ਕੁਝ ਵੀ ਨਾ ਤਾਂ ਦੱਸ ਸਕਦੀ ਸੀ, ਨਾ ਸੋਚ ਸਕਦੀ ਸੀ, ਨਾ ਮੈਂ ਸਮਝ ਸਕਦੀ ਸੀ ਕਿ ਹੋਇਆ ਕੀ। ਮੈਨੂੰ ਇੱਕ ਪੱਤਰਕਾਰ ਵੀਰ ਦਾ ਫੋਨ ਆਇਆ ਕਿ ਮੈਡਮ ਸ਼ਕਤੀ ਜਿੰਦਲ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਭੈਣੋ ਅਤੇ ਭਰਾਓ ਮੈਂ ਇੱਕਦਮ ਆਪਣੇ ਪਰਮਾਤਮਾ ਨੂੰ ਯਾਦ ਕੀਤਾ ਤੇ ਕਿਹਾ ਹੈ ਕਿ ਸ਼ਕਤੀ ਜਿੰਦਲ ਨੂੰ ਮਰਨ ਨਹੀਂ ਦੇਣਾ, ਉਸ ਨੂੰ ਬਚਾਓ ਜਾ ਕੇ ਡੱਬਵਾਲੀ। ਜਿੰਨਾ ਸ਼ਕਤੀ ਜਿੰਦਲ ਤੇ ਖਰਚਾ ਹੁੰਦਾ ਹੈ ਸਾਰੀ ਪੇਮੈਂਟ ਮੈਂ ਕਰਾਂਗੀ। ਮੇਰੀ ਫਲਾਈਟ ਸੀ ਦਿੱਲੀ ਟੂ ਕੋਲਕਾਤਾ ਤੋਂ ਮੈਂ ਵਾਪਿਸ ਆ ਕੇ ਸ਼ਕਤੀ ਜਿੰਦਲ ਦਾ ਹਾਲ ਚਾਲ ਪੁੱਛਿਆ ਤਾਂ ਪਤਾ ਚੱਲਿਆ ਕਿ ਸ਼ਕਤੀ ਜਿੰਦਲ ਨੇ ਜਦੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਜੇਬ ਦੇ ਵਿੱਚ ਇੱਕ ਸੁਸਾਈਡ ਨੋਟ ਵੀ ਪਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਆਤਮ ਹੱਤਿਆ ਕਰਨ ਦੀ ਜ਼ਿੰਮੇਵਾਰੀ ਮੈਨੂੰ ਬਣਾ ਦਿੱਤਾ।
ਕਿ ਸੰਧਿਆ ਜਿੰਦਲ ਤੋਂ ਮੈਂ ਤੰਗ ਆ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੰਧਿਆ ਜਿੰਦਲ ਮੈਨੂੰ ਦੌਲਾ ਗੇਟ ਦੇ ਕੋਲੋਂ ਮਾਰਨ ਲਈ ਆਈ। ਮੈਂ ਆਪਣੇ ਆਪ ਨੂੰ ਬਚਾਉਂਦਾ ਹੋਇਆ ਲੰਬੀ ਫਾਟਕ ਤੋਂ ਹੁੰਦਾ ਹੋਇਆ ਡਾਵਲੀ ਪਹੁੰਚਿਆ ਅਤੇ ਉਸ ਦੇ ਡਰ ਤੋਂ ਮੈਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। क्या कहानी है भाई। अब शक्ति जिंदल ते जी 309 ਦਾ ਪਰਚਾ ਦਰਜ ਹੋ ਗਿਆ ਡਾਵਾਲੀ ਦੇ ਪੁਲਿਸ ਸਟੇਸ਼ਨ 'ਚ। ਕੋਰਟ 'ਚ ਕੇਸ ਚੱਲਿਆ। ਇਨ ਬਿਟਵੀਨ ਸ਼ਕਤੀ ਜਿੰਦਲ ਮੇਰੇ ਕੋਲ ਆਂਦਾ ਜਾਂਦਾ ਸੀ ਅਤੇ ਮੈਨੂੰ ਉਸਨੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਮ ਤੁਸੀਂ ਮੇਰੇ ਨਾਲ ਕੰਪਰੋਮਾਈਜ਼ ਕਰ ਲਓ ਤੇ ਕੋਰਟ ਦੇ ਵਿੱਚ ਆ ਕੇ ਡਾਵਾਲੀ ਬਿਆਨ ਦੇ ਦਿਓ। ਮੈਂ ਨਹੀਂ ਗਈ ਭੈਣੋ ਤੇ ਭਰਾਓ। ਪਰੰਤੂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਸ਼ਕਤੀ ਜਿੰਦਲ ਨੂੰ ਕੁੱਟਣ ਦੇ ਲਈ ਡੰਡਾ ਲੈ ਕੇ ਘਰੋਂ ਉਸ ਦਿਨ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਦੇ ਕੋਲ ਗਈ ਸੀ, ਜਿਸ ਦਿਨ ਸ਼ਕਤੀ ਜਿੰਦਲ ਨੇ 16 ਦਸੰਬਰ 2012 ਨੂੰ ਇੱਕ ਖਬਰ ਲਿਖੀ ਸੀ ਪੰਜਾਬ ਉਦੈ ਅਖਬਾਰ ਦੇ ਵਿੱਚ। ਉਸ ਟਾਈਮ ਸ਼ਕਤੀ ਜਿੰਦਲ ਲੜਕੀਆਂ ਦੇ ਸਰਕਾਰੀ ਸਕੂਲ ਦੇ ਕੋਲ ਇੱਕ ਮੁਨਿਆਰੀ ਦੀ ਦੁਕਾਨ, ਇੱਕ ਪੱਤਰਕਾਰ ਦੀ ਸੀ ਉਸ ਟਾਈਮ, ਉੱਥੇ ਬੈਠਾ ਸੀ ਕੁਝ ਸਾਥੀਆਂ ਨਾਲ। ਸਾਹਮਣੇ ਹੀ ਮੇਰਾ ਇੱਕ ਹੋਰ ਵੀ ਫੋਟੋਗ੍ਰਾਫਰ ਵੀਰ ਪੱਤਰਕਾਰ ਆਇਆ। ਉਸਨੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਮ ਤੁਸੀਂ ਪਲੀਜ਼ ਘਰ ਚਲੇ ਜਾਓ, ਤੁਹਾਡਾ ਸਟੇਟਸ ਨਹੀਂ ਹੈ ਇਹਨਾਂ ਨਾਲ ਲੜਾਈ ਕਰਨ ਦਾ, ਇਹਨਾਂ ਨਾਲ ਕੋਈ ਮਾਰ ਕੁੱਟ ਕਰਨ ਦਾ, ਤੁਹਾਡਾ ਸਟੇਟਸ ਨਹੀਂ ਹੈ ਮੈਮ। ਮੈਂ ਉਸ ਦੀ ਗੱਲ ਸੁਣ ਕੇ ਬਸ ਇੰਨਾ ਹੀ ਕਿਹਾ ਕਿ ਵੀਰੇ ਸ਼ਕਤੀ ਜਿੰਦਲ ਨੇ ਕੀ ਖਬਰ ਲਿਖੀ ਹੈ, ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਇਹ ਘਟਨਾ ਸੀ ਉਦੋਂ ਦੀ ਜਦੋਂ ਸ਼ਕਤੀ ਜਿੰਦਲ ਨੇ ਖਬਰ ਲਿਖੀ ਸੀ। ਜਦੋਂ ਸ਼ਕਤੀ ਜਿੰਦਲ ਦਾ ਕੋਰਟ ਦੇ ਵਿੱਚ ਕੇਸ ਚੱਲਿਆ ਤਾਂ ਲਗਾਤਾਰ ਕਾਫੀ ਸਾਲ ਕੇਸ ਚੱਲਿਆ ਔਰ ਅੰਤ ਦੇ ਵਿੱਚ ਸ਼ਕਤੀ ਜਿੰਦਲ ਨੂੰ ਸਜ਼ਾ ਹੋਈ। ਇਸਨੇ ਉੱਥੇ ਜੁਰਮਾਨਾ ਭਰਿਆ, ਵਾਪਿਸ ਆ ਗਿਆ। ਮੈਂ ਇਸ ਨੂੰ ਦਿਲ ਤੋਂ ਮਾਫ ਕਰ ਦਿੱਤਾ, ਪਰੰਤੂ ਇਹ ਸੁਧਰਿਆ ਨਹੀਂ। ਇਸਨੇ ਫੇਰ ਵੀ ਮੇਰੇ ਵਿਰੁੱਧ ਬਹੁਤ ਖਬਰਾਂ ਲਗਾਈਆਂ। ਜਦੋਂ ਵੀ ਸ਼ਕਤੀ ਜਿੰਦਲ ਨੂੰ ਮੌਕਾ ਮਿਲਦਾ ਇਹ ਉਦੋਂ ਹੀ ਮੇਰੇ ਵਿਰੁੱਧ ਖਬਰਾਂ ਲਿਖਣ ਤੋਂ ਬਾਜ਼ ਨਹੀਂ ਆਇਆ। ਪਰ ਮੈਂ ਉਸ ਰੱਬ ਦੀ ਅਦਾਲਤ ਦੇ ਵਿੱਚ ਹਮੇਸ਼ਾ ਇੱਕੋ ਹੀ ਗੱਲ ਕਹਿੰਦੀ ਸੀ ਕਿ ਰੱਬ ਜੀ ਸ਼ਕਤੀ ਜਿੰਦਲ ਨੂੰ ਸੁਮਤ ਬਖਸ਼ੋ। ਸ਼ਕਤੀ ਜਿੰਦਲ ਨੂੰ ਰੱਬ ਇਹੋ ਜਿਹੀ ਸਜ਼ਾ ਦੇ ਰਿਹਾ ਹੈ ਕਿ ਪਰਮਾਤਮਾ ਇਹੋ ਜਿਹੀ ਸਜ਼ਾ ਕਿਸੇ ਨੂੰ ਨਾ ਦੇਵੇ। ਭੈਣੋ ਤੇ ਭਰਾਓ, ਅੱਜ ਆਪ ਜੀ ਦੇ ਨਾਲ ਇਹ ਗੱਲਾਂ ਰੂਬਰੂ ਕਰਨ ਦਾ ਮੇਰਾ ਸਿਰਫ ਇੱਕ ਮਕਸਦ ਹੈ ਕਿ ਜੇਕਰ ਕੋਈ ਵੀ ਐਸਾ ਇਨਸਾਨ ਜੋ ਤੁਹਾਡੀ ਜ਼ਿੰਦਗੀ ਦੇ ਉੱਤੇ ਗਲਤ ਇਲਜ਼ਾਮਾਤ ਲਗਾਉਂਦਾ ਹੈ, ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਲਈ ਕੁਝ ਕਰਦਾ ਹੈ, ਤਾਂ ਉਸ ਨੂੰ ਉਸਦੇ ਹਾਲਾਤ ਤੇ ਨਾ ਛੱਡੋ। ਉਸ ਰੱਬ ਦੀ ਅਦਾਲਤ ਦੇ ਵਿੱਚ ਇੱਕ ਹਾਜ਼ਰੀ ਜ਼ਰੂਰ ਲਗਾਣਾ ਕਿ ਹੇ ਰੱਬ ਜੀ ਮੈਂ ਸੱਚੀ ਹਾਂ ਤਾਂ ਸਜ਼ਾ ਤੁਸੀਂ ਦੇਣਾ, ਮੇਰੀ ਕੀ ਔਕਾਤ ਹੈ ਕਿਸੇ ਨੂੰ ਸਜ਼ਾ ਦੇਣ ਦੀ। ਔਰ ਅੱਜ ਤੱਕ ਭੈਣੋ ਅਤੇ ਭਰਾਓ ਗਿੱਦੜਬਾਹਾ ਦੇ ਅੰਦਰ ਉਹਨਾਂ तमाम ਲੋਕਾਂ ਦੀ ਜ਼ਿੰਦਗੀ ਨੂੰ ਦੇਖੋ ਜਿਹੜੇ ਲੋਕ ਮੇਰੇ ਤੇ ਜ਼ੁਲਮ ਕਰਦੇ ਨੇ, ਜਿਹੜੇ ਲੋਕ ਮੇਰੇ ਤੇ ਅਤਿਆਚਾਰ ਕਰ ਰਹੇ ਨੇ, ਜਿਹੜੇ ਲੋਕ ਅੱਜ ਵੀ ਬਾਜ਼ ਨਹੀਂ ਆ ਰਹੇ। ਉਹ ਸ਼ਰਾਰਤੀ ਲੋਕ ਚੰਦ ਮੁੱਠੀ ਪਰ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਲਈ ਬਾਰ ਸੁੱਤੇ ਪਏ ਜਾਗ ਜਾਂਦੇ ਨੇ। ਔਰ ਮੈਂ ਕਿੰਨਾ ਸਰਵਾਈਵ ਕਰ ਰਹੀ ਹਾਂ ਇਹ ਮੇਰਾ ਸ਼ਹਿਰ ਵੇਖਦਾ ਹੈ। ਅੱਜ ਸ਼ਾਇਦ ਇਹਨਾਂ ਸ਼ਰਾਰਤੀ ਲੋਕਾਂ ਨੇ ਮੈਨੂੰ ਮੇਰੇ ਸ਼ਹਿਰ ਦੇ ਵਿੱਚ ਹੀਰੋ ਬਣਾਤਾ। ਕਦੇ ਕਿਸੇ ਨੇ ਖਬਰ ਲਗਾਤੀ, ਕਦੇ ਕਿਸੇ ਨੇ ਖਬਰ ਲਗਾਤੀ, ਕਦੇ ਕਿਸੇ ਨੇ ਕੋਰਟ ਦੇ ਵਿੱਚ ਕੇਸ ਕਰ ਦਿੱਤਾ, ਕਦੇ ਕਿਸੇ ਨੇ FIR ਦਰਜ ਕਰਾਤੀਆਂ। ਇਹ ਮੇਰੀ ਸੱਚਾਈ ਤੇ ਜ਼ੁਲਮ ਹੋ ਰਹੇ ਨੇ ਕਿ ਸੰਧਿਆ ਜਿੰਦਲ ਨੂੰ ਰਾਸਤੇ ਤੋਂ ਹਟਾ ਦਿਓ। ਸਭ ਦਾ ਕੱਦ ਛੋਟਾ ਹੋ ਜਾਂਦਾ ਹੈ ਮੇਰੇ ਅੱਗੇ, ਚਾਹੇ ਉਹ ਰਾਜਨੀਤਿਕ ਲੋਕ ਨੇ, ਚਾਹੇ ਉਹ ਧਾਰਮਿਕ ਲੋਕ ਨੇ। ਮੈਨੂੰ ਆਪਣੇ ਆਪ ਤੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਕਿ ਦਾਤਿਆ ਤੂੰ ਮੈਨੂੰ ਕਿਸ ਮਿੱਟੀ ਦਾ ਬਣਾਇਆ, ਕਿ ਰੱਬ ਜੀ ਨੇ ਮੈਨੂੰ ਐਸਾ ਇਨਸਾਨ ਪੈਦਾ ਕੀਤਾ ਕਿ ਲੋਕ ਮੇਰੇ ਤੋਂ ਡਰਦੇ ਨੇ, ਉਹ ਲੋਕ ਡਰਦੇ ਨੇ। ਪਰ ਮੈਨੂੰ ਮੇਰਾ ਰੱਬ ਜਵਾਬ ਦਿੰਦਾ ਹੈ ਕਿ ਨਹੀਂ ਸੰਧਿਆ ਜਿੰਦਲ, ਉਹ ਤੇਰੇ ਤੋਂ ਨਹੀਂ ਡਰਦੇ, ਉਹ ਤੇਰੀ ਸੱਚਾਈ ਤੋਂ ਡਰਦੇ ਨੇ, ਉਹ ਤੇਰੀ ਇਮਾਨਦਾਰੀ ਤੋਂ ਡਰਦੇ ਨੇ। ਜ਼ੁਲਮ ਹੁੰਦੇ ਨੇ ਮੇਰੀ ਸੱਚਾਈ ਤੇ, ਜ਼ੁਲਮ ਹੁੰਦੇ ਨੇ ਮੇਰੀ ਇਮਾਨਦਾਰੀ ਤੇ, ਪਰਚੇ ਕੱਟੇ ਜਾਂਦੇ ਨੇ ਮੇਰੀ ਸੱਚਾਈ ਦੀ ਕਲਮ ਤੇ। ਇਹ ਪੱਤਰਕਾਰ ਮੈਨੂੰ ਮੇਰੀ ਅਖਬਾਰ ਚੋਂ ਕਈ ਵਾਰ ਸਸਪੈਂਡ ਕਰਾ ਚੁੱਕੇ ਨੇ, ਬੜੇ ਖੁਸ਼ ਹੁੰਦੇ ਨੇ, ਪਰ ਸ਼ਾਇਦ ਇਹ ਭੁੱਲ ਗਏ ਨੇ ਸਸਪੈਂਡ ਕਰਾਉਣ ਤੋਂ ਬਾਅਦ ਮੇਰੇ ਘਰ ਦੇ ਵਿੱਚ ਰੋਟੀ ਬੰਦ ਨਹੀਂ ਹੋਈ ਪਕਣੀ।
ਮੇਰੇ ਘਰ ਵਿੱਚ ਰੋਟੀ ਅੱਜ ਵੀ ਪੱਕਦੀ ਹੈ, ਵਧੀਆ ਪੱਕਦੀ ਹੈ। ਸਸਪੈਂਡ ਹੋਣ ਤੋਂ ਬਾਅਦ ਉਹਨਾਂ ਪੱਤਰਕਾਰਾਂ ਨੂੰ ਅਸਰ ਪੈਂਦਾ ਹੈ ਜਿਨ੍ਹਾਂ ਦੀ ਰੋਜ਼ੀ ਰੋਟੀ ਬਲੈਕਮੇਲ ਕਰਕੇ ਪੱਕਦੀ ਹੈ। ਜਨਤਾ ਨੂੰ ਬਲੈਕਮੇਲ ਕਰਨਾ, ਸਾਰਾ ਦਿਨ ਸੋਚਦੇ ਰਹਿਣਾ। ਮੇਰੇ ਵਰਗੇ ਈਮਾਨਦਾਰ ਪੱਤਰਕਾਰ ਵੀ ਦੁਨੀਆ 'ਚ ਬੈਠੇ ਹੋਏ ਨੇ, ਤੇ ਗਿੱਦੜਬਾਹਾ ਦੇ ਅੰਦਰ ਇੱਕ ਬਲੈਕਮੇਲਰ ਪੱਤਰਕਾਰ ਜਿਨ੍ਹਾਂ ਦੀ ਦੁਕਾਨਾਂ, ਬਲੈਕਮੇਲਿੰਗ ਦੀਆਂ ਦੁਕਾਨਾਂ ਮੇਰੇ ਆਣ ਕਰਕੇ ਬੰਦ ਹੋ ਗਈਆਂ, ਉਹ ਮੇਰੇ ਤੇ ਜ਼ੁਲਮ ਕਰਦੇ ਨੇ। ਜਰਾ ਉਹਨਾਂ ਪੱਤਰਕਾਰਾਂ ਦੇ ਲਈ ਮੈਂ ਇਹ ਸੰਦੇਸ਼ ਦੇ ਰਹੀ ਹਾਂ, ਗਿੱਦੜਬਾਹਾ ਦੇ ਉਹ 2 ਪੱਤਰਕਾਰ, ਬਲੈਕਮੇਲਰ ਪੱਤਰਕਾਰ ਦਾ ਨਾਮ ਦੇ ਰਹੀ ਹਾਂ ਮੈਂ। ਇੱਕ ਦਿਨ ਅਖਬਾਰ ਦੇ ਵਿੱਚੋਂ ਕੰਮ ਕਰਨਾ ਬੰਦ ਕਰ ਦੋ ਤੇ ਸਾਰੇ ਸ਼ਹਿਰ ਨੂੰ ਦੱਸ ਦੋ ਕਿ ਮੈਂ ਅਖਬਾਰ ਛੱਡਤੀ, ਤੇ ਜਰਾ ਜੀ ਕੇ ਵਿਖਾਈਓ ਗਿੱਦੜਬਾਹਾ 'ਚ ਹਾਲ ਤੁਹਾਡਾ ਕੀ ਹੋਊਗਾ, ਤੁਹਾਨੂੰ ਪਤਾ ਹੈ। ਤਾਂ ਹੀ ਤੁਸੀਂ ਅਖਬਾਰਾਂ ਨਹੀਂ ਛੱਡਦੇ। ਕਦੇ ਇਸ ਅਖਬਾਰ ਨੂੰ ਫੜ ਲੈਂਦੇ ਹੋ, ਕਦੇ ਉਸ ਅਖਬਾਰ ਨੂੰ ਫੜ ਲੈਂਦੇ ਹੋ, ਜਿੱਥੋਂ ਮਿਲਦਾ ਉਹ ਅਖਬਾਰ ਫੜ ਲੈਂਦੇ ਹੋ। ਵੀ ਪੱਤਰਕਾਰ ਹੋ ਤਾਂ ਬਚੇ ਹੋਏ ਹੋ। ਮੈਂ ਤਾਂ ਪੱਤਰਕਾਰ ਨਹੀਂ ਹਾਂ, ਮੈਨੂੰ ਤਾਂ ਤੁਸੀਂ ਸਸਪੈਂਡ ਕਰਾ ਦਿੱਤਾ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸ਼ਹਿਰ ਦੇ ਅੰਦਰ ਇੱਜ਼ਤ ਨਹੀਂ ਮਿਲਦੀ? ਕੀ ਤੁਹਾਨੂੰ ਲੱਗਦਾ ਹੈ ਕਿ ਸ਼ਹਿਰ ਦੇ ਲੋਕ ਮੈਨੂੰ ਪਿਆਰ ਨਹੀਂ ਕਰਦੇ? ਅਰੇ ਤੁਹਾਡੇ ਦੁਆਰਾ ਲਿਖੀਆਂ ਗਈਆਂ ਅਜਿਹੀਆਂ ਖਬਰਾਂ ਨੇ ਨਾ ਮੈਨੂੰ ਹੀਰੋ ਬਣਾ ਕੇ ਰੱਖ ਦਿੱਤਾ। ਮੇਰੇ ਤੇ ਕਟਵਾ ਰਹੇ ਹੋ ਪਰਚੇ, FIR ਦਰਜ ਕਰਾ ਰਹੇ ਹੋ ਝੂਠੀਆਂ। ਇਹਨਾਂ ਸਾਰੀਆਂ ਗੱਲਾਂ ਦਾ ਵੇਰਵਾ ਮੈਂ ਇੱਕ ਇੱਕ ਕਰਕੇ ਬੋਲਾਂਗੀ, ਇੱਕ ਇੱਕ ਕਰਕੇ ਮੈਂ ਉਹਨਾਂ ਬੰਦਿਆਂ ਦੇ ਨਾਮ ਬੋਲੂੰਗੀ ਜਿਨ੍ਹਾਂ ਨੇ ਮੇਰੇ ਤੇ ਜ਼ੁਲਮ ਕੀਤੇ ਆ, ਤਾਂ ਕਿ ਮੈਂ ਚਾਹੁੰਦੀ ਹਾਂ ਕਿ ਵੀਡੀਓ ਉਹਨਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਓ ਜਿਨ੍ਹਾਂ ਦੇ ਬੰਦਿਆਂ ਨੇ ਮੇਰੇ ਤੇ ਜ਼ੁਲਮ ਕੀਤੇ ਆ, ਤਾਂ ਕਿ ਉਹਨਾਂ ਦੀਆਂ ਔਰਤਾਂ ਨੂੰ ਪਤਾ ਲੱਗਣਾ ਚਾਹੀਦਾ, ਉਹਨਾਂ ਦੀਆਂ ਮਾਵਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਬੇਟਾ ਕੈਸਾ ਹੈ, ਉਹਦੀ ਪਤਨੀ ਨੂੰ ਪਤਾ ਚੱਲਣਾ ਚਾਹੀਦਾ ਕਿ ਉਹਦਾ ਪਤੀ ਕੈਸਾ ਹੈ, ਉਹਦੀ ਭੈਣ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਦਾ ਭਰਾ ਕੈਸਾ ਹੈ, ਔਰ ਉਹਦੀ ਬੇਟੀ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਹਦਾ ਪਿਤਾ ਕੈਸਾ ਹੈ। ਤਾਂ ਹੱਥ ਜੋੜ ਕੇ ਮੇਰੀ ਵੀਰੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਤੇ ਹੋਣ ਵਾਲੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰੋ। ਸੱਚਾਈ ਤੇ ਖੜੇ ਹੋ ਤਾਂ ਸੱਚਾਈ ਤੇ ਹੀ ਖੜੇ ਰਹੋ, ਔਰ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜੇ ਲੋਕ ਤੁਹਾਡੇ ਤੇ ਜ਼ੁਲਮ ਕਰਦੇ ਨੇ। ਇੱਕ ਗੱਲ ਹੋਰ ਜਾਂਦੇ ਜਾਂਦੇ ਕਹਿ ਦਿਆਂਗੇ ਕਿ ਜੇ ਤੁਸੀਂ ਮਰਦ ਹੋ ਨਾ ਔਰ ਟੱਕਰ ਲੈਣਾ ਚਾਹੁੰਦੇ ਹੋ, ਕਿਸੇ ਨਾਲ ਲੜਾਈ ਕਰਨ ਦੇ ਲਈ ਹੱਥਾਂ 'ਚ ਖੁਰਕ ਹੈ, ਤਾਂ ਮਰਦਾਂ ਨਾਲ ਟੱਕਰ ਲਓ। ਔਰਤਾਂ ਤੇ ਕੀ ਜ਼ੁਲਮ ਕਰਦੇ ਹੋ? ਔਰਤਾਂ ਨਾਲ ਕਾਹਦੀ ਟੱਕਰ ਲੈਂਦੇ ਹੋ? ਹਰ ਔਰਤ ਕਮਜ਼ੋਰ ਨਹੀਂ ਹੁੰਦੀ, ਹਰ ਔਰਤ ਬੁਜ਼ਦਿਲ ਨਹੀਂ ਹੁੰਦੀ, ਹਰ ਔਰਤ ਬੇਬਸ ਨਹੀਂ ਹੁੰਦੀ। ਜ਼ਰੂਰਤ ਹੈ ਸਿਰਫ ਔਰਤ ਨੂੰ ਉਸਦੇ ਪਰਿਵਾਰ ਦਾ ਸਾਥ ਮਿਲਣ ਦੀ। ਮੇਰਾ ਪਰਿਵਾਰ ਮੇਰੇ ਨਾਲ ਹੈ, ਮੇਰੇ ਪਤੀ ਦਾ ਮੇਰੇ ਨਾਲ ਸਾਥ ਹੈ। ਅੱਜ ਮੇਰੇ ਬੱਚੇ ਵੱਡੇ ਹੋ ਗਏ ਨੇ, ਜਵਾਨ ਹੋ ਗਏ ਨੇ, ਔਰ ਸਮਾਜ ਤੋਂ ਟੱਕਰ ਲੈਣ ਦੇ ਵਿੱਚ ਸક્ષਮ ਹੋ ਗਏ ਨੇ। ਅੱਜ ਮੇਰੇ ਬੱਚਿਆਂ ਨੇ ਮੈਨੂੰ ਹਿੰਮਤ ਦਿੱਤੀ ਹੈ। ਇਹੀ ਹਿੰਮਤ ਹੈ ਸ਼ਕਤੀ ਜਿੰਦਲ ਕਿ ਮੈਂ ਅੱਜ ਤੁਹਾਡੇ ਸਾਰੇ ਪੋਲ ਖੋਲ ਰਹੀ ਹਾਂ ਕਿ ਇਹ ਖਬਰ ਲਿਖਣ ਤੋਂ ਬਾਅਦ ਤੁਸੀਂ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਗਏ। ਤਾਂ ਜੇ ਤੁਹਾਡੇ ਕੋਲ ਹਿੰਮਤ ਨਹੀਂ ਸੀ ਤਾਂ ਤੁਸੀਂ ਇਹੋ ਜਿਹੀਆਂ ਖਬਰਾਂ ਲਿਖਦੇ ਕਿਉਂ ਜੇ? ਇੰਨਾ ਹੀ ਕਹਿੰਦੇ ਹੋਏ ਅਗਲੇ ਐਪੀਸੋਡ ਤੱਕ ਪਲੀਜ਼ ਵਿਦਾ ਲੈ ਰਹੀ ਹਾਂ। ਪਰੰਤੂ ਭੈਣੋ ਅਤੇ ਭਰਾਓ, ਦਰਦ ਹੁੰਦਾ ਇੱਥੇ। ਮੈਂ ਵੀ ਤੁਹਾਡੇ ਵਾਂਗ ਹੀ, ਸਾਰਿਆਂ ਦੇ ਵਾਂਗ ਇਨਸਾਨ ਹਾਂ। ਮੇਰੇ ਵੀ ਸਰੀਰ ਵਿੱਚ ਦਿਲ ਧੜਕਦਾ ਹੈ, ਤਕਲੀਫ ਹੁੰਦੀ ਹੈ, ਮੇਰੀ ਵੀ ਫੀਲਿੰਗਸ ਨੇ। ਮੈਂ ਰੋਵਾਂਗੀ ਨਹੀਂ, ਕਦੇ ਵੀ ਨਹੀਂ ਰੋਵਾਂਗੀ। ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ, ਆਦਾਬ ਅਰਜ਼ ਹੈ।